ਪਹਿਲਾਂ ਵੱਡੀ ਖਬਰ ਦਾ ਰੁਖ ਕਰਾਂਗੇ। ਬਹਿਬਲ ਕਲਾਂ ਗੋਲੀकांड ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ। ਤੁਹਾਨੂੰ ਦੱਸ ਰਹੇ ਹਾਂ, ਉਹਨਾਂ ਕਿਹਾ ਕਿ ਬਾਦਲ ਗੋਲੀकांड ਦੇ ਨਾਲ ਜੁੜੇ ਕੇਸ ਦੇ ਵਿੱਚ ਦੋਸ਼ੀ ਨਹੀਂ ਹਨ। ਜੀ ਹਾਂ, ਬਕਾਇਦਾ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤੇ, ਜਿਹੜੇ ਤੁਹਾਨੂੰ ਵਾਈਟ ਵੀ ਸੁਣਾਵਾਂਗੇ, ਉਹ ਬਿਆਨ ਵੀ ਸੁਣਵਾਵਾਂਗੇ। ਪਰ ਜਿਹੜੇ ਬਿਆਨ ਉਹਨਾਂ ਦੇ ਨਿਕਲ ਕੇ ਸਾਹਮਣੇ ਆਏ ਨੇ, ਉਹਨਾਂ ਕਿਹਾ ਕਿ ਬਾਦਲ ਗੋਲੀकांड ਦੇ ਨਾਲ ਜੁੜੇ ਕੇਸ ਦੇ ਵਿੱਚ ਦੋਸ਼ੀ ਨਹੀਂ ਹਨ। ਦੋਸ਼ੀਆਂ ਦੀ ਭਾਲ ਦੇ ਲਈ ਮਾਮਲੇ ਦੀ ਜਾਂਚ ਚੱਲ ਰਹੀ ਹੈ, ਕਹਿਣਾ ਹੈ ਕੈਪਟਨ ਅਮਰਿੰਦਰ ਸਿੰਘ ਦਾ। ਜੀ ਹਾਂ, ਤੁਹਾਨੂੰ ਦੱਸ ਦਈਏ, ਗੋਲੀकांड ਨੂੰ ਲੈ ਕੇ, ਬਹਿਬਲ ਕਲਾਂ ਗੋਲੀकांड ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਆਇਆ। ਉਹਨਾਂ ਨੇ ਸਪਸ਼ਟ ਤੌਰ ਤੇ ਹਲੇ ਕਿਹਾ ਕਿ ਜਾਂਚ ਜਾਰੀ ਹੈ, ਇਸ ਦੇ ਵਿੱਚ ਫਿਲਹਾਲ ਹਲੇ ਕੋਈ ਵੀ ਦੋਸ਼ੀ ਨਹੀਂ ਹੈ। ਬਾਦਲ ਇਸ ਮਾਮਲੇ ਦੇ ਵਿੱਚ ਦੋਸ਼ੀ ਨਹੀਂ ਹਨ। ਜਾਂਚ ਚੱਲ ਰਹੀ ਹੈ, ਜੋ ਰਿਪੋਰਟ ਆਏਗੀ ਉਸ ਬਾਰੇ ਸਾਰਿਆਂ ਨੂੰ ਦੱਸਿਆ ਜਾਵੇਗਾ। ਪਰ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਉਹਨਾਂ ਨੇ ਇੱਕ ਵੱਡਾ ਬਿਆਨ ਜ਼ਰੂਰ ਦਿੱਤਾ, ਜਿਸ ਨੂੰ ਲੈ ਕੇ ਸਿਆਸੀ ਗਲਿਆਰਿਆਂ ਦੇ ਵਿੱਚ ਹੁਣ ਸੁਗਬੁਗਾਹਟ ਵੀ ਤੇਜ਼ ਹੋਵੇਗੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਬੇहद ਵੱਡਾ ਤੇ ਖਾਸ ਬਿਆਨ ਸਮਝਿਆ ਜਾ ਸਕਦਾ ਹੈ। ਕਿਉਂਕਿ ਜੇਕਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਾਂ ਫਿਰ ਸੁਖਬੀਰ ਸਿੰਘ ਬਾਦਲ ਦੀ ਗੱਲ ਕੀਤੀ ਜਾਵੇ, ਉਹਨਾਂ ਵੱਲੋਂ ਅਕਸਰ ਇਹ ਬਿਆਨ ਨਿਕਲ ਕੇ ਸਾਹਮਣੇ ਆਉਂਦੇ ਨੇ ਕਿ ਜਾਂਚ ਦੇ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਉਹਨਾਂ ਨੂੰ ਕਦੇ ਵੀ ਕੋਈ ਤਕਲੀਫ ਨਹੀਂ ਹੈ। ਜਾਂਚ ਦੇ ਵਿੱਚ ਸ਼ਾਮਲ ਹੋਣ ਨੂੰ ਜਦ ਉਹਨਾਂ ਨੂੰ ਕਿਹਾ ਜਾਂਦਾ ਹੈ, ਉਹ ਖੁਦ ਜਾਂਚ ਦੇ ਵਿੱਚ ਸ਼ਾਮਲ ਹੁੰਦੇ ਹਨ। ਪਰ ਇਸ ਵਿਚਾਲੇ ਜਿਸ ਢੰਗ ਦੇ ਹੋਰ ਵੀ ਕਈ ਬਿਆਨ ਨਿਕਲ ਕੇ ਸਾਹਮਣੇ ਆਉਂਦੇ ਨੇ, ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਬਿਆਨਾਂ ਨੂੰ ਠੱਲ ਪਾਉਣ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਬਾਦਲ ਇਸ ਮਾਮਲੇ ਦੇ ਵਿੱਚ ਫਿਲਹਾਲ ਦੋਸ਼ੀ ਨਹੀਂ ਹਨ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ, ਫਿਲਹਾਲ ਇਸ ਮਾਮਲੇ ਦੇ ਵਿੱਚ ਬਾਦਲ ਦੋਸ਼ੀ ਨਹੀਂ ਹਨ। ਵੱਡਾ ਬਿਆਨ ਕੈਪਟਨ ਅਮਰਿੰਦਰ ਸਿੰਘ ਦਾ ਨਿਕਲ ਕੇ ਸਾਹਮਣੇ ਆਇਆ। ਕੀ ਕੁਝ ਉਹਨਾਂ ਨੇ ਕਿਹਾ, ਸੁਣਵਾਉਂਦੇ ਹਾਂ ਤੁਹਾਨੂੰ। He did not say that. He went to the court and he said in the court that this relation, the judge, this should be shifted from this judge out because ਉਹਨਾਂ ਦੀ ਰਿਸ਼ਤੇਦਾਰੀ ਹੈ ਉੱਥੇ ਉਸ ਜੱਜ ਦੇ ਨਾਲ। ਐਂਡ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ we can't get justice because the Badals are in a not in this case but some other cases which are relevant to this. ਇਹ ਗੱਲ ਇਹਨਾਂ ਨੇ ਕਹੀ ਸੀ। There is no question of anyone being accused. Accused ਤਾਂ ਉਦੋਂ ਹੁੰਦੇ ਨੇ ਜਦੋਂ when there is the case goes to the court. ਪਰ ਉਹਨਾਂ ਨੇ 4 ਨੰਬਰ ਦੇ ਵਿੱਚ ਸਾਫ਼ ਲਿਖਿਆ ਹੋਇਆ ਜੀ, ਹੈ ਜੀ, ਸਮ ਆਫ ਦੀ ਕੇਸਿਸ ਦੇ ਵਿੱਚ ਲਿਖਿਆ ਹੋਇਆ ਕਿ ਇਹ 2 ਕੇਸ ਨੇ ਜਾਂ ਬਹਿਬਲ ਕਲਾਂ ਦੇ ਵਿੱਚ ਵੀ ਹੈ, ਹੋਰ ਕਿਹੜੇ ਕੇਸ ਹੈਗੇ ਨੇ ਜੀ? He is only interested in, he is interested with one case. Then there is Mr. Khatra who is doing one case, and there's another one who's our SSP in Gurdaspur. He is doing the 3rd case. So 3 case ਨੇ ਜਿਹਦੇ ਵਿੱਚ ਚੱਲੇ ਨੇ, ਇਹ ਸਿਰਫ ਇੱਕ ਕੇਸ ਕਰ ਰਹੇ ਨੇ। But this statement being made that a person is accused, nobody is accused till such time as the case comes up to the court. At the moment, there's nobody accused. It's investigation ਚੱਲ ਰਹੀ ਹੈ ਇਸ ਵੇਲੇ। ਕਿਹੜੇ ਕੇਸ ਸਪੈਸੀਫਿਕ ਕਿਹੜੇ ਕੇਸ ਹੈਗੇ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ ਹੈਗੀ ਹੈ ਜੀ? ਇਨਵੋਲਵਮੈਂਟ ਤਾਂ ਹੋਏਗੀ ਇਫ ਇਜ਼ ਅਕਿਊਜ਼ਡ। ਜਦ ਮੈਂ ਤੁਹਾਨੂੰ ਦੱਸ ਰਿਹਾ ਕਿ ਹਾਲੇ ਤੱਕ ਕੋਈ ਅਕਿਊਜ਼ਡ ਹੀ ਨਹੀਂ ਹੈ। ਲੈਟ ਦਿਸ ਸਿਚੁਏਸ਼ਨ ਕਮ ਅਪ ਟੂ ਦੈਟ ਪੁਆਇੰਟ, ਜਦੋਂ ਕੇਸਿਸ ਜਾਣਗੇ ਕੋਰਟ 'ਚ ਐਂਡ ਫੁੱਲ ਇਨਵੈਸਟੀਗੇਸ਼ਨ ਹੋ ਜਾਏ। ਤਾਂ ਇਨਵੈਸਟੀਗੇਸ਼ਨ ਚੱਲ ਰਹੀ ਹੈ, ਇਨਵੈਸਟੀਗੇਸ਼ਨ ਪੂਰੀ ਹੋਏਗੀ ਤਾਂ ਅਕਿਊਜ਼ ਬਣਨਗੇ ਵਿਚ ਵਿਲ ਬੀ ਪੁੱਟ ਇਨ ਕੋਰਟ। ਬਟ ਹਾਲੇ ਤਾਈਂ ਤਾਂ ਇਨਵੈਸਟੀਗੇਸ਼ਨ ਹੈਜ਼ ਨਾਟ ਬੀਨ ਕੰਪਲੀਟਡ। ਲੇਕਿਨ ਜਿਹੜੀਆਂ ਸਰ 4 ਸ਼ੀਟਾਂ ਫਾਈਲ ਕੀਤੀਆਂ ਗਈਆਂ ਹੈਗੀਆਂ ਨੇ, 4 ਸ਼ੀਟਾਂ ਦੇ ਵਿੱਚ ਇਹਨਾਂ ਦੇ ਨਾਮ ਹੈਗੇ ਨੇ ਜੀ? ਮੈਂ ਹੁਣ ਤੱਕ ਬਟ ਆਈ ਕੈਨ ਟੈਲ ਯੂ ਵਾਟ ਜੋ ਮੈਂ ਕਹਿ ਰਿਹਾ। I am sure ਤੁਹਾਡੇ ਵਿੱਚੋਂ ਕਈ ਵਕੀਲ ਵੀ ਹੋਣਗੇ, lawyers who know the background. This is not, you cannot just hold a person accused by saying that you are accused. ਉਹਦੀ ਇਨਵੈਸਟੀਗੇਸ਼ਨ ਦੇ ਵਿੱਚ he must be proved to be accused and then put it forward. ਤਾਂ ਵੱਡਾ ਤੇ ਖਾਸ ਬਿਆਨ ਤੁਸੀਂ ਸੁਣਿਆ ਕੈਪਟਨ ਅਮਰਿੰਦਰ ਸਿੰਘ ਦੇ ਮੂੰਹੋਂ। ਜੀ ਹਾਂ, ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਵਾਰ-ਵਾਰ ਮੀਡੀਆ ਵੱਲੋਂ ਉਹਨਾਂ ਕੋਲੋਂ ਜਦ ਇਹ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਇਸ ਦਾ ਇੱਕੋ ਹੀ ਜਵਾਬ ਦਿੱਤਾ ਕਿ ਫਿਲਹਾਲ ਬਾਦਲ ਬਹਿਬਲ ਕਲਾਂ ਗੋਲੀकांड ਮਾਮਲੇ ਦੇ ਵਿੱਚ ਦੋਸ਼ੀ ਨਹੀਂ ਠਹਿਰਾਏ ਜਾ ਸਕਦੇ, ਅਕਿਊਜ਼ ਨਹੀਂ ਠਹਿਰਾਏ ਜਾ ਸਕਦੇ। ਜਦ ਤੱਕ ਟ੍ਰਾਇਲ ਪੂਰਾ ਨਹੀਂ ਹੁੰਦਾ ਜਾਂ ਉਸ ਤੋਂ ਪਹਿਲਾਂ ਪੂਰੀ ਇਨਵੈਸਟੀਗੇਸ਼ਨ ਪੂਰੀ ਨਹੀਂ ਹੁੰਦੀ, ਤਾਂ ਬਾਦਲ ਇਸ ਪੂਰੇ ਮਾਮਲੇ ਦੇ ਵਿੱਚ, ਬਹਿਬਲ ਕਲਾਂ ਗੋਲੀकांड ਮਾਮਲੇ ਦੇ ਵਿੱਚ ਦੋਸ਼ੀ ਨਹੀਂ ਹਨ, ਦੋਸ਼ੀ ਨਹੀਂ ਠਹਿਰਾਏ ਜਾ ਸਕਦੇ। ਇਹ ਸਪਸ਼ਟ ਕੀਤਾ ਹੈ ਕੈਪਟਨ ਅਮਰਿੰਦਰ ਸਿੰਘ ਨੇ। ਇਸ ਬਿਆਨ ਦੇ ਕਈ ਮਾਇਨੇ ਨਿਕਲਦੇ ਨੇ। ਇਸ ਬਿਆਨ ਨੂੰ ਲੈ ਕੇ ਕਈ ਵੱਡੀਆਂ ਗੱਲਾਂ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕਰ ਦਿੱਤੀਆਂ ਨੇ, ਔਰ ਇੱਕ ਮੁੱਖ ਮੰਤਰੀ ਦੇ ਮੂੰਹੋਂ ਇਹ ਬਿਆਨ ਸਾਹਮਣੇ ਆਉਣਾ ਬੇहद ਖਾਸ ਹੋ ਜਾਂਦਾ ਹੈ, ਕਿਉਂਕਿ ਜਦ ਮੀਡੀਆ ਵੱਲੋਂ ਇਹ ਸਵਾਲ ਉਹਨਾਂ ਕੋਲੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਫਿਲਹਾਲ ਤਾਂ ਜਾਂਚ ਚੱਲ ਰਹੀ ਹੈ, ਫਿਲਹਾਲ ਇਸ ਮਾਮਲੇ ਦੇ ਵਿੱਚ ਬਾਦਲ ਦੋਸ਼ੀ ਨਹੀਂ ਹਨ।
ਤੇ ਇਸੇ ਖਬਰ ਦੇ ਹੋਰ ਗੱਲਬਾਤ ਲਈ ਫਿਲਹਾਲ ਸਿੱਧਾ ਰੁਕ ਕਰਾਂਗੇ ਸਾਡੇ ਨਾਲ ਸਾਡੇ ਸਹਿਯੋਗੀ ਤਰਲੋਚਨ ਇਸ ਵੇਲੇ ਸਾਡੇ ਨਾਲ ਚੰਡੀਗੜ੍ਹ ਤੋਂ ਜੁੜ ਰਹੇ ਨੇ। ਤਰਲੋਚਨ, ਵਾਕਿਆ 'ਚ ਹੀ ਅੱਜ ਅਸੀਂ ਸੁਣਿਆ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਦੇ ਕਈ ਸਵਾਲਾਂ ਦਾ ਜਵਾਬ ਬੜੀ ਬੇਬਾਕੀ ਨਾਲ ਦਿੱਤਾ, ਪਰ ਨਾਲ ਹੀ ਜਿਹੜਾ ਬਹਿਬਲ ਕਲਾਂ ਗੋਲੀकांड ਨੂੰ ਲੈ ਕੇ ਜਿਹੜਾ ਸਵਾਲ ਉਹਨਾਂ ਕੋਲੋਂ ਪੁੱਛਿਆ ਗਿਆ, ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਹਾਲੇ ਤਾਂ ਇਸ ਪੂਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਸ ਮਾਮਲੇ ਦੇ ਵਿੱਚ ਬਾਦਲ ਇਸ ਮਾਮਲੇ ਦੇ ਵਿੱਚ ਗੋਲੀकांड ਮਾਮਲੇ ਦੇ ਵਿੱਚ ਦੋਸ਼ੀ ਨਹੀਂ ਹਨ, ਦੋਸ਼ੀ ਨਹੀਂ ਠਹਿਰਾਏ ਜਾ ਸਕਦੇ, ਹਾਲੇ ਜਾਂਚ ਚੱਲ ਰਹੀ ਹੈ। ਕੀ ਮਾਇਨੇ ਨਿਕਾਲੇ ਜਾ ਕੱਢੇ ਜਾ ਸਕਦੇ ਨੇ ਇਸ ਬਿਆਨ ਦੇ? ਦੇਖੋ, ਕੈਪਟਨ ਅਮਰਿੰਦਰ ਸਿੰਘ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਸੀ ਔਰ ਸਿੱਧੇ ਤੌਰ ਤੇ ਮੀਡੀਆ ਨਾਲ ਰੂਬਰੂ ਹੋ ਰਹੇ ਸੀ ਬੜੇ ਲੰਬੇ ਸਮੇਂ ਬਾਅਦ, ਕਿਉਂਕਿ ਪਹਿਲਾਂ ਉਹ ਸੋਸ਼ਲ ਮੀਡੀਆ ਰਾਹੀਂ ਹੀ ਪੱਤਰਕਾਰਾਂ ਨਾਲ ਗੱਲ ਕਰਦੇ ਸੀ। ਇਸੇ ਦੌਰਾਨ ਜਦੋਂ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਤੇ ਇੱਕ ਪੱਤਰਕਾਰ ਨੇ ਸਵਾਲ ਕੀਤਾ ਕਿ SIT ਦੇ ਜਿਹੜਾ ਇੱਕ ਮੈਂਬਰ ਹੈ ਕੰਵਰ ਵਿਜੇ ਪ੍ਰਤਾਪ, ਉਹਨੇ ਇੱਕ ਲੈਟਰ ਲਿਖੀ ਹੈ ਜਿਹਦੇ ਵਿੱਚ ਇਹ ਸੰਕੇਤ ਦਿੱਤੇ ਨੇ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਕੁਝ ਕੇਸਾਂ ਵਿੱਚ ਮੁਲਜ਼ਮ ਨੇ। ਇਹ ਗੱਲ ਸੁਣਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਕਰ ਦਿੱਤਾ ਕਿ ਕਿਵੇਂ ਮੁਲਜ਼ਮ ਹੋ ਸਕਦੇ ਆ, ਹਾਲੇ ਪੜਤਾਲ ਚੱਲ ਰਹੀ ਹੈ। ਕਿਸੇ ਨੂੰ ਦੋਸ਼ੀ ਜਾਂ ਕਿਸੇ ਨੂੰ ਮੁਲਜ਼ਮ ਕਹਿਣ ਦਾ ਸਵਾਲ ਨਹੀਂ ਪੈਦਾ ਹੁੰਦਾ ਉਹਨਾਂ ਚਿਰ ਤੱਕ ਜਿੰਨਾ ਚਿਰ ਪੜਤਾਲ ਪੂਰੀ ਨਹੀਂ ਹੁੰਦੀ, ਕਿਉਂਕਿ ਕਿਸੇ ਦੀ ਇਨਵੋਲਵਮੈਂਟ ਦਾ ਪਤਾ ਉਦੋਂ ਹੀ ਲੱਗੂਗਾ ਜਦੋਂ ਕਿਸੇ ਮਾਮਲੇ ਦੀ ਮੁਕੰਮਲ ਪੜਤਾਲ ਹੋਊਗੀ। ਔਰ ਕਿਸੇ ਵੀ ਵਿਅਕਤੀ ਨੂੰ ਦੋਸ਼ੀ ਠਹਿਰਾਉਣਾ, ਮੁਲਜ਼ਮ ਠਹਿਰਾਉਣਾ, ਇਹ ਕੰਮ ਪੜਤਾਲ ਦਾ ਹੈ ਔਰ ਉਸ ਤੋਂ ਬਾਅਦ ਜਿੰਨਾ ਚਿਰ ਅਦਾਲਤ ਵਿੱਚ ਕੇਸ ਨਹੀਂ ਜਾਂਦਾ। ਸੋ ਇਸ ਕਰਕੇ ਉਹਨਾਂ ਨੇ ਬੜਾ ਸਪਸ਼ਟ ਕਰ ਦਿੱਤਾ ਹੈ ਕਿ ਇਸ ਸੰਬੰਧ ਵਿੱਚ ਹਾਲੇ ਕਿਸੇ ਵੀ ਇਸ ਢੰਗ ਨਾਲ ਕਿਸੇ ਨੂੰ ਮੁਲਜ਼ਮ ਜਾਂ ਦੋਸ਼ੀ ਕਹਿਣਾ ਸੰਭਵ ਹੀ ਨਹੀਂਗਾ। ਕਾਰਨ ਕੀ ਹੈ ਵੀ ਹਾਲੇ ਤੇ ਪੜਤਾਲ ਹੀ ਪੂਰੀ ਨਹੀਂ ਹੋਈ। ਔਰ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਕਹਿੰਦਾ ਆ ਰਿਹਾ ਕਿ ਇਸ ਮਾਮਲੇ ਵਿੱਚ ਸਾਨੂੰ ਬੜੇ ਸਾਜ਼ਿਸ਼ ਦੇ ਢੰਗ ਨਾਲ ਜਿਹੜਾ ਬਦਨਾਮ ਕੀਤਾ ਜਾ ਰਿਹਾ ਔਰ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਤਿਆਰ ਨੇ। ਸੋ ਇਹਦੇ ਸੰਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਬੜੀ ਬੇਬਾਕੀ ਨਾਲ ਇਹ ਗੱਲ ਕਹੀ ਹੈ ਵੀ ਕਿਸੇ ਨੂੰ ਫਿਲਹਾਲ ਮੁਲਜ਼ਮ ਕਹਿਣਾ ਵਾਜਬ ਨਹੀਂ ਹੋਵੇ। ਬਿਲਕੁਲ, ਵਾਕਈ 'ਚ ਵੱਡਾ ਬਿਆਨ ਸਮਝਿਆ ਜਾ ਸਕਦਾ ਕੈਪਟਨ ਅਮਰਿੰਦਰ ਸਿੰਘ ਦਾ। ਫਿਲਹਾਲ ਬੇਹੱਦ ਸ਼ੁਕਰੀਆ ਤਰਲੋਚਨ ਇਸ ਸਾਰੀ ਖਬਰ ਨੂੰ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ। ਤਾਂ ਇੱਕ ਢੰਗ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਨਾ ਕਿਸੇ ਢੰਗ ਨਾਲ ਆਪਣੀ ਪਾਰਟੀ ਦਾ ਵੀ ਬਚਾਅ ਕੀਤਾ, ਕਿਉਂਕਿ ਉਹਨਾਂ ਦੇ ਪਾਰਟੀ ਦੇ ਕਈ ਲੀਡਰ ਜਦ ਅਜਿਹੇ ਕੋਈ ਬਿਆਨ ਦੇ ਰਹੇ ਸੀ ਤਾਂ ਪੋਲੀਟੀਕਲ ਵੈਂਡੇਟਾ ਦੇ ਉਹਨਾਂ ਦੇ ਉੱਪਰ ਇਲਜ਼ਾਮ ਵੀ ਲੱਗ ਰਹੇ ਸੀ। ਪਰ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਿਹੜਾ ਬਿਆਨ ਦਿੱਤਾ ਹੈ ਬਹਿਬਲ ਕਲਾਂ ਗੋਲੀकांड ਨਾਲ ਜੁੜਿਆ ਹੋਇਆ, ਇਹ ਇੱਕ ਬੇहद ਖਾਸ ਬਿਆਨ ਸਮਝਿਆ ਜਾ ਸਕਦਾ। ਸਪਸ਼ਟ ਤੌਰ ਤੇ ਉਹਨਾਂ ਨੇ ਕਿਹਾ ਕਿ ਹਾਲੇ ਤਾਂ ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਸ ਮਾਮਲੇ ਦੇ ਵਿੱਚ ਬਾਦਲ ਫਿਲਹਾਲ ਦੋਸ਼ੀ ਨਹੀਂ ਹਨ। ਅਗਲੀ ਖਬਰ ਦਾ ਫਿਲਹਾਲ ਰੁਕ ਕਰਾਂਗੇ। ਕੈਪਟਨ ਅਮਰਿੰਦਰ ਸਿੰਘ ਅੱਜ ਮੀਡੀਆ ਦੇ ਮੁਖਾਤਬ ਹੋਏ, ਕਈ ਮਾਮਲਿਆਂ ਨੂੰ ਲੈ ਕੇ ਉਹਨਾਂ ਨੇ ਜਵਾਬ ਦਿੱਤੇ। ਬਹਿਬਲ ਕਲਾਂ ਗੋਲੀकांड ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲੇ ਫਿਲਹਾਲ ਜਾਂਚ ਜਾਰੀ, ਅਜੇ ਕੋਈ ਦੋਸ਼ੀ ਨਹੀਂ ਹੈ। ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕੈਬਨਿਟ 'ਚ ਮੁੜ ਸ਼ਾਮਲ ਕਰਨ ਨੂੰ ਲੈ ਕੇ ਹਾਲੇ ਕੋਈ ਗੱਲਬਾਤ ਨਹੀਂ ਹੈ, ਕਿਉਂਕਿ ਕੈਬਨਿਟ ਐਕਸਪੈਂਸ਼ਨ ਦਾ ਫਿਲਹਾਲ ਕੋਈ ਇਰਾਦਾ ਨਹੀਂ ਹੈ। ਕੈਬਨਿਟ 'ਚ ਫੇਰ ਬਦਲ ਦਾ ਫਿਲਹਾਲ ਕੋਈ ਇਰਾਦਾ ਨਹੀਂ ਹੈ ਪੰਜਾਬ ਸਰਕਾਰ ਦਾ। ਇਸ ਦੇ ਨਾਲ ਹੀ ਹੋਰ ਵੀ ਕਈ ਮਸਲਿਆਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਬੋਲੇ। ਉਹਨਾਂ ਨਾਲ ਹੀ ਪ੍ਰਤਾਪ ਬਾਜਵਾ ਤੇ ਸ਼ਮਸ਼ੇਰ ਦੁੱਲੋ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਪ੍ਰਤਾਪ ਬਾਜਵਾ ਤੇ ਸ਼ਮਸ਼ੇਰ ਦੁੱਲੋ ਮੈਨੂੰ ਨਾ ਦੱਸਣ ਕਿ ਸੂਬਾ ਕਿਵੇਂ ਚਲਾਉਣਾ ਹੈ। ਇਸ ਦੇ ਨਾਲ ਹੀ ਵਿੰਨੀ ਮਹਾਜਨ ਦੀ ਨਿਯੁਕਤੀ ਨੂੰ ਲੈ ਕੇ ਉਹਨਾਂ ਨੇ ਸਪਸ਼ਟ ਕੀਤਾ ਕਿ ਇਹ ਨਿਯੁਕਤੀ ਯਾਨੀ ਕਿ ਜਿਹੜੀ ਇਹ ਨਿਯੁਕਤੀ ਹਲੇ ਹਾਲ ਫਿਲਹਾਲ 'ਚ ਹੋਈ ਹੈ 2022 ਤੱਕ ਜਾਰੀ ਰਹੇਗੀ। ਬਹਿਬਲ ਕਲਾਂ ਗੋਲੀकांड ਤੇ ਵੱਡਾ ਬਿਆਨ ਉਹਨਾਂ ਦਾ ਸਾਹਮਣੇ ਆਇਆ ਕਿ ਹਲੇ ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ, ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। Mrs. Vinnie Mahajan's batch is who was also could have been in the running is Mr. Vishwajit Khanna, who is the Revenue Assistant Chief Secretary, Assistant Chief Secretary Revenue. He was retiring next June. So I have nobody other than Mrs. Vinnie Mahajan who will carry on till 1922. ਸਾਨੂੰ ਪਤਾ ਹੈ, ਉਹਨਾਂ ਨੂੰ ਨਹੀਂ ਪਤਾ ਕਿ ਕੀ what the situation is. ਉਹ ਹੋਣਗੇ ਬੇਸ਼ੱਕ ਸਾਡੇ ਰਾਜ ਸਭਾ ਦੇ ਮੈਂਬਰ, they should do their work there and let us run the state here. ਸਾਨੂੰ ਪਤਾ ਹੈ ਆਪਣਾ ਸਟੇਟ ਕੈਸੇ ਚਲਾਉਣਾ ਹੈ। We don't need the advice of Mr. Bajwa or anybody else like Dullo. ਇਹਨਾਂ ਜਿਹੜੇ ਬੰਦੇ ਕੋਈ politically ਆਪਣੇ ਆਪ ਨੂੰ ਮਾਰ ਸਮਝਦੇ ਨੇ, ਇਹੋ ਜਿਹੀਆਂ ਗੱਲਾਂ ਕਰਦੇ ਨੇ, but it doesn't make a difference to me. I don't want to comment on what Mr. Sidhu has sent. मैं तो सुबह उठ के पढ़ता हूँ कि मेरी रीशफल हो रही है, मुझे तो मालूम ही नहीं कि क्या हो रहा है। This is you people keep writing कि रीशफल हो रही है जी, तो रीशफल ਤੁਸੀਂ ਉਹ ਮੈਨੂੰ ਦੱਸ ਦਿਓ ਕਿ ਕਿੱਥੇ ਕ ਹੋ ਰਿਹਾ ਜੀ, ਕੌਣ ਕਰਾ ਰਿਹਾ ਔਰ ਕਿੱਥੇ ਹੋ ਰਿਹਾ। But I know nothing about this, and I don't. At this time we are in a very critical situation. My ministers are working very well and let them get on.
both Balbir is doing a good job in health and our Soni ji is doing it in medical education. ਸਾਰੇ COVID ਦੀ ਲੜਾਈ ਦੇ ਵਿੱਚ ਪਏ ਹੋਏ ਨੇ. ਸਾਡੇ ਤ੍ਰਿਪਤ ਬਾਜਵਾ ਜੀ is involved in, every minister is involved in his own way. So ਇਹ ਲੜਾਈ ਪਹਿਲਾਂ ਜੰਗ ਆਪਾਂ ਜਿੱਤੀ ਹੈ, ਫਿਰ ਇਹ ਚੇਂजेस ਚੂੰजेस ਦੀ ਬਾਤ ਕਰਾਂਗੇ, ਇਸ ਵੇਲੇ ਨਹੀਂ. टेलीफोन्स का हम कर रहे हैं. There is a company called Lava. It has some connection with the Chinese, though it is an Indian company. And पर उनके जो हमने orders place किए थे वो तकरीबन तैयार हो गए. Is it Chinese equity or is it Indian equity? Because it is an Indian company. इंडियन कंपनी है जिन्होंने असी ऑर्डर दिता हुआ है, ਉਹਦੇ ਵਿੱਚੋਂ 50,000 उन्होंने ਕਿਹਾ ਕਿ ਤਿਆਰ ਪਿਆ ਹੈ ਔਰ 50,000 ਜੁਲਾਈ ਦੇਣਾ ਚਾਹੁੰਦੇ ਨੇ. ਅਸੀਂ ਉਹਨਾਂ ਨੂੰ ਚੈੱਕ ਕਰਾਂਗੇ ਕਿ what is China's involvement in this, to what extent. ਫਿਰ ਹੀ ਅਸੀਂ ਇਹਦੇ 'ਚ ਫੈਸਲਾ ਕਰਾਂਗੇ. But I agree with you, if China is involved like this, we will have to decide on this issue.